स्क्रीन नजर आ रही बेटे? हाँ जी। ठीक है बेटे। कल ਆਪਾਂ ਕੀਤਾ ਸੀਗਾ ਜੇ ਥੌਮਸਨ ਤੇ ਰਦਰਫੋਰਡ। ਠੀਕ ਹੈ ਜੀ, ਰਦਰਫੋਰਡ ਦੇ ਡਰਾਬੈਕ ਕਰਨੇ ਸੀ ਆਪਾਂ। ਉਹ ਤਾਂ ਕਲੀਅਰ ਹੋ ਗਿਆ ਸੀ ਨਾ ਬੇਟੇ ਕੱਲ ਵਾਲਾ? हाँ जी सर। ਚਲੋ ਆਪਾਂ ਕਰਦੇ ਹਾਂ ਡਰਾਬੈਕਸ ਆਫ ਦ ਰਦਰਫੋਰਡ ਮਾਡਲ। ਦੇਖੋ ਬੇਟੇ, ਪਹਿਲਾ ਡਰਾਬੈਕ ਕੀ ਕਹਿੰਦਾ? ਸਟੇਬਿਲਿਟੀ ਪ੍ਰੋਬਲਮ। ਸਟੇਬਿਲਿਟੀ ਪ੍ਰੋਬਲਮ ਦਾ ਮਤਲਬ ਸਮਝੋ ਬੇਟੇ ਕੀ ਹੈ। ਰਦਰਫੋਰਡ ਨੇ ਕੀ ਕਿਹਾ ਵੀ ਇਲੈਕਟ੍ਰੋਨ ਕੀ ਕਰ ਰਹੇ ਹੈ? ਇਲੈਕਟ੍ਰੋਨਸ ਆਰ ਰਿਵੋਲਵਿੰਗ ਅਰਾਊਂਡ ਦੀ ਨਿਊਕਲੀਅਸ ਐਂਡ ਚੇਂਜਿੰਗ ਦੇਅਰ ਡਾਇਰੈਕਸ਼ਨ ਕੰਟੀਨਿਊਸਲੀ। ਕੋਈ ਵੀ ਚੀਜ਼ ਜਦੋਂ ਇੱਕ ਸਰਕਲ ਦੇ ਵਿੱਚ ਮੂਵ ਕਰਦੀ ਹੈ ਤਾਂ ਉਹ ਹਰੇਕ ਪੁਆਇੰਟ ਤੋਂ ਬਾਅਦ ਆਪਦੀ ਡਾਇਰੈਕਸ਼ਨ ਕੀ ਕਰਦੀ ਹੈ? ਚੇਂਜ ਕਰਦੀ ਹੈ। ਮੰਨ ਲਓ ਇਲੈਕਟ੍ਰੋਨ ਇੱਥੇ ਹੈ, ਉਹਦੀ ਡਾਇਰੈਕਸ਼ਨ ਆ ਹੋਏਗੀ। ਮੰਨ ਲਓ ਇਲੈਕਟ੍ਰੋਨ ਇੱਥੇ ਤਾਂ ਉਹਦੀ ਡਾਇਰੈਕਸ਼ਨ ਆ ਹੋਏਗੀ। ਕਲੀਅਰ ਹੋਇਆ ਕਿ ਨਹੀਂ ਹੋਇਆ ਬੇਟੇ? ਇਟ ਮੀਨਸ ਇਫ ਇਲੈਕਟ੍ਰੋਨ ਇਜ਼ ਰਿਵੋਲਵਿੰਗ ਇਨ ਅ ਸਰਕਲ ਜਾਂ ਇਨ ਸਫੀਅਰ 3D ਦੇ ਵਿੱਚ, ਤਾਂ ਆਪਾਂ ਕੀ ਕਵਾਂਗੇ? ਇਟ ਇਜ਼ ਚੇਂਜਿੰਗ ਇਟਸ ਡਾਇਰੈਕਸ਼ਨ ਕੰਟੀਨਿਊਸਲੀ। ਜੇਕਰ ਇਹ ਆਪਣੀ ਡਾਇਰੈਕਸ਼ਨ ਚੇਂਜ ਕਰ ਰਿਹਾ ਹੈ ਤਾਂ ਦੇਖੋ ਇਹਦੀ ਵੈਲੋਸਿਟੀ ਚੇਂਜ ਹੋ ਰਹੀ ਹੈ। ਵੈਲੋਸਿਟੀ ਵੈਕਟਰ ਕੁਆਂਟੀਟੀ ਹੈ। ਇਹਦੇ ਕੋਲੇ ਦੋ ਟਰਮਸ ਹੈ, ਵੈਲੋਸਿਟੀ ਦਾ ਮੈਗਨੀਟਿਊਡ ਪਲੱਸ ਡਾਇਰੈਕਸ਼ਨ। ਜੇਕਰ ਮੈਗਨੀਟਿਊਡ ਸੇਮ ਹੈ ਬਟ ਡਾਇਰੈਕਸ਼ਨ ਕੀ ਹੋ ਰਹੀ ਹੈ? ਚੇਂਜ ਹੋ ਰਹੀ ਹੈ, ਤਾਂ ਆਪਾਂ ਫਿਰ ਵੀ ਕੀ ਕਵਾਂਗੇ? ਵੀ ਵੈਲੋਸਿਟੀ ਕੀ ਹੋ ਰਹੀ ਹੈ? ਚੇਂਜ ਹੋ ਰਹੀ ਹੈ। ਪੁਆਇੰਟ ਕਲੀਅਰ ਹੋਇਆ ਕਿ ਨਹੀਂ ਹੋਇਆ ਬੇਟੇ? ਠੀਕ ਹੈ, ਵੈਲੋਸਿਟੀ ਸੇਮ ਦਾ ਮਤਲਬ ਇੱਕੋ ਸਪੀਡ ਦੇ ਨਾਲ ਆ ਜਿਹੜਾ ਉਹ ਮੂਵ ਕਰ ਰਿਹਾ, ਬਟ ਉਹਦੀ ਡਾਇਰੈਕਸ਼ਨ ਚੇਂਜ ਹੋਣ ਕਾਰਨ ਉਹਦੀ ਵੈਲੋਸਿਟੀ ਕੀ ਹੋ ਰਹੀ ਹੈ? ਚੇਂਜ। ਜੇਕਰ ਵੈਲੋਸਿਟੀ ਚੇਂਜ ਹੋਵੇ ਤਾਂ ਕਿਸ ਤਰ੍ਹਾਂ ਦਾ ਮੋਸ਼ਨ ਹੁੰਦਾ? ਐਕਸਲਰੇਟਿਡ। ਕਿਸ ਤਰ੍ਹਾਂ ਦਾ ਮੋਸ਼ਨ ਹੁੰਦਾ ਬੇਟੇ? ਐਕਸਲਰੇਟਿਡ। ਕਲੀਅਰ ਹੋਇਆ ਕਿ ਨਹੀਂ ਹੋਇਆ ਬੇਟੇ? ਇਹਦਾ ਮਤਲਬ ਜਦੋਂ ਇੱਕ हाँ जी सर। ਇਲੈਕਟ੍ਰੋਨ ਇੱਕ ਸਰਕਲ ਦੇ ਵਿੱਚ ਮੂਵ ਕਰ ਰਿਹਾ ਤਾਂ ਉਹਦਾ ਮੋਸ਼ਨ ਕਿਸ ਤਰ੍ਹਾਂ ਦਾ ਹੈ? ਉਹਦਾ ਮੋਸ਼ਨ ਹੈ ਐਕਸਲਰੇਟਿਡ ਮੋਸ਼ਨ। ਦੱਸੋ ਬੇਟੇ, ਪੁਆਇੰਟ ਕਲੀਅਰ ਹੋਇਆ ਕਿ ਨਹੀਂ ਹੋਇਆ? यस सर। ਹਾਂਜੀ। ਤੇ ਐਕਸਲਰੇਟਿਡ ਚਾਰਜਡ ਪਾਰਟੀਕਲ ਕੀ ਕਰਦਾ? ਰੇਡੀਏਸ਼ਨ ਅਮਿਟ ਕਰਦਾ। ਐਕਸਲਰੇਟਿਡ ਚਾਰਜਡ ਪਾਰਟੀਕਲ ਕੀ ਕਰਦਾ? ਰੇਡੀਏਸ਼ਨਸ ਅਮਿਟ ਕਰਦਾ। ਕਲੀਅਰ ਹੋਇਆ ਕਿ ਨਹੀਂ ਹੋਇਆ ਬੇਟੇ? ਇਹਦਾ ਮਤਲਬ ਜਿਹੜਾ ਇਲੈਕਟ੍ਰੋਨ ਹੈ ਇਹ ਇੱਕ ਚਾਰਜ ਪਾਰਟੀਕਲ ਹੈ, ਸਰਕਲ ਦੇ ਵਿੱਚ ਮੂਵ ਕਰਨ ਕਰਕੇ ਇਹਦਾ ਮੋਸ਼ਨ ਕਿਸ ਤਰ੍ਹਾਂ ਦਾ ਹੈ? ਐਕਸਲਰੇਟਿਡ। ਇਹਦਾ ਮਤਲਬ ਬੇਟੇ ਇਹ ਕੀ ਕਰੇਗਾ? ਰੇਡੀਏਸ਼ਨ ਅਮਿਟ ਕਰੇਗਾ। ਰੇਡੀਏਸ਼ਨ ਅਮਿਟ ਕਰੇਗਾ ਤਾਂ ਇਹਦੀ એનર્ਜੀ ਕੀ ਹੋਏਗੀ? ਡਿਕਰੀਜ਼ ਹੋਏਗੀ। ਠੀਕ ਹੈ ਜੀ, એનર્ਜੀ ਡਿਕਰੀਜ਼ ਹੋਏਗੀ ਤਾਂ ਹੌਲੀ ਹੌਲੀ ਇਹਨੂੰ ਕੀ ਕਰਨਾ ਚਾਹੀਦਾ ਹੈ? ਇਸ ਤਰ੍ਹਾਂ ਨਾਲ ਮੂਵ ਕਰਦੇ ਕਰਦੇ ਇਹਦਾ ਆਰਬਿਟ ਛੋਟਾ ਹੁੰਦਾ ਜਾਊਗਾ ਤੇ ਅਲਟੀਮੇਟਲੀ ਇਹਨੂੰ ਕਹਿੰਦੇ ਉੱਤੇ ਡਿੱਗ ਪੈਣਾ ਚਾਹੀਦਾ, ਨਿਊਕਲੀਅਸ ਦੇ ਉੱਤੇ, ਤੇ ਐਟਮ ਨੂੰ ਕੀ ਹੋ ਜਾਣਾ ਚਾਹੀਦਾ? ਖਤਮ ਹੋ ਜਾਣਾ ਚਾਹੀਦਾ। ਸਮਝ ਲੱਗੀ ਕਿ ਨਹੀਂ ਲੱਗੀ ਬੇਟੇ? ਇਹ ਰਦਰਫੋਰਡ ਦੇ ਅਕੋਰਡਿੰਗਲੀ ਚੱਲ ਰਹੇ ਆ ਆਪਾਂ। ਰਦਰਫੋਰਡ ਕਹਿੰਦਾ ਵੀ ਇਲੈਕਟ੍ਰੋਨਸ ਹੈ ਉਹ ਕੀ ਕਰ ਰਹੇ ਆ? ਰਿਵੋਲਵ ਕਰ ਰਹੇ ਆ। ਕਿੱਥੇ ਰਿਵੋਲਵ ਕਰ ਰਹੇ? ਅਰਾਊਂਡ ਦੀ ਨਿਊਕਲੀਅਸ। ਤਾਂ ਉਹਨੂੰ ਕੁਐਸਚਨ ਕੀ ਪੁੱਟ ਕੀਤਾ ਗਿਆ ਵੀ ਜੇਕਰ ਉਹ ਰਿਵੋਲਵ ਕਰ ਰਹੇ ਆ ਤਾਂ ਉਹਨਾਂ ਦਾ ਮੋਸ਼ਨ ਕਿਸ ਤਰ੍ਹਾਂ ਦਾ? ਐਕਸਲਰੇਟਿਡ। ਤੇ ਐਕਸਲਰੇਟਿਡ ਚਾਰਜ ਪਾਰਟੀਕਲ ਕੀ ਕਰਦਾ? ਰੇਡੀਏਸ਼ਨ ਅਮਿਟ ਕਰਦਾ। ਰੇਡੀਏਸ਼ਨ ਅਮਿਟ ਕਰਦਾ ਤਾਂ ਇਹਦੀ એનર્ਜੀ ਕੀ ਹੋਊਗੀ? ਕੰਟੀਨਿਊਸਲੀ ਡਿਕਰੀਜ਼ ਕਰੂਗੀ। ਤਾਂ ਉਹਨੂੰ ਅਲਟੀਮੇਟਲੀ ਕੀ ਕਰ ਜਾਣਾ ਚਾਹੀਦਾ ਹੈ? ਫਾਲ ਕਰ ਜਾਣਾ ਚਾਹੀਦਾ। ਕਹਿੰਦੇ ਉੱਤੇ, ਨਿਊਕਲੀਅਸ ਤੇ। ਇਹਦਾ ਮਤਲਬ ਐਟਮ ਨੂੰ ਕੀ ਹੋ ਜਾਣਾ ਚਾਹੀਦਾ? ਖਤਮ ਹੋ ਜਾਣਾ ਚਾਹੀਦਾ। ਬਟ ਐਟਮ ਹੈ ਜਿਹੜਾ ਉਹ ਸਟੇਬਲ ਹੈ, ਖਤਮ ਨਹੀਂ ਹੁੰਦਾ। ਇਸ ਚੀਜ਼ ਨੂੰ ਰਦਰਫੋਰਡ ਐਕਸਪਲੇਨ ਨਹੀਂ ਕਰ ਪਾਇਆ। ਦੱਸੋ ਬੇਟੇ, ਇਹ ਪੁਆਇੰਟ ਕਲੀਅਰ ਹੋਇਆ ਕਿ ਨਹੀਂ ਹੋਇਆ? ਹਾਂਜੀ ਬੇਟੇ। ਪਤਾ ਲੱਗਿਆ ਕਿ ਨਹੀਂ ਲੱਗਿਆ ਬੇਟੇ? यस सर। हाँ जी सर।
पता लग गया कि नहीं बेटे? क्लियर हो गया ना? मतलब ਜਿਹੜੀ स्टेबिलिटी प्रॉब्लम है ਉਹ ਐਕਸਪਲੇਨ ਨਹੀਂ ਕਰ ਪਾਇਆ ਰਦਰਫੋਰਡ ਵੀ ਇਲੈਕਟ੍ਰੋਨ ਆ ਜਿਹੜਾ ਉਹ ਇੱਕ ਮਿੰਟ ਬੇਟੇ ਹਾਂਜੀ ਬੇਟੇ ਕਲੀਅਰ ਹੋਇਆ ਕਿ ਨਹੀਂ ਹੋਇਆ ਬੇਟੇ? ਪਹਿਲੀ ਪ੍ਰੋਬਲਮ ਜਿਹੜੀ ਰਦਰਫੋਰਡ ਨੂੰ ਆਈ ਉਹਦੇ ਬਾਰੇ ਦੱਸੋ। ਕਲੀਅਰ ਹੋ ਗਿਆ ਨਾ ਬੇਟੇ? ਸਟੇਬਿਲਿਟੀ ਪ੍ਰੋਬਲਮ ਰਦਰਫੋਰਡ ਕਹਿੰਦਾ ਹੈ ਵੀ ਇਲੈਕਟ੍ਰੋਨ ਹੈ ਜਿਹੜਾ ਉਹ ਰਿਵੋਲਵ ਕਰ ਰਿਹਾ ਹੈ ਅਰਾਊਂਡ ਦੀ ਨਿਊਕਲੀਅਸ। ਜੇ ਰਿਵੋਲਵ ਕਰ ਰਿਹਾ ਤਾਂ ਕਿਸ ਤਰ੍ਹਾਂ ਦਾ ਪਾਰਟੀਕਲ ਹੈ? ਉਹ ਚਾਰਜਡ ਪਾਰਟੀਕਲ ਹੈ। ਤੇ ਮੋਸ਼ਨ ਕਿਸ ਤਰ੍ਹਾਂ ਦਾ? ਐਕਸਲੇਟਿਡ। ਇਸ ਕਰਕੇ ਉਹਨੂੰ ਕਿੱਥੇ ਫਾਲ ਕਰ ਜਾਣਾ ਚਾਹੀਦਾ? ਨਿਊਕਲੀਅਸ ਦੇ ਉੱਪਰ। ਬਟ ਇਹ ਐਕਚੁਅਲ ਚ ਹੁੰਦਾ ਨਹੀਂਗਾ। ਇਸ ਚੀਜ਼ ਦਾ ਜਿਹੜਾ ਜਵਾਬ ਹੈ, ਇਸ ਕੁਐਸਚਨ ਦਾ ਜਿਹੜਾ ਆਨਸਰ ਹੈ, ਉਹ ਰਦਰਫੋਰਡ ਨਹੀਂ ਦੇ ਪਾਇਆ। ਠੀਕ ਹੈ ਜੀ। ਦੂਸਰੀ ਪ੍ਰੋਬਲਮ ਵੇਖੋ, ਸਪੈਕਟਰਮ ਪ੍ਰੋਬਲਮ। ਜੇ ਥਾਮਸਨ ਨੂੰ ਵੀ ਆਈ ਸੀ ਨਾ ਬੇਟੇ ਸਪੈਕਟਰਮ ਪ੍ਰੋਬਲਮ, ਵਾਟਰਮੈਲਨ ਮਾਡਲ। ਉਹਦੇ ਵਿੱਚ ਕੀ ਪ੍ਰੋਬਲਮ ਆਈ ਸੀ? ਦੱਸਿਆ ਸੀਗਾ ਸਪੈਕਟਰਮ ਕਿੰਨੀ ਤਰ੍ਹਾਂ ਦੇ ਹੁੰਦੇ ਆ? ਦੋ ਤਰ੍ਹਾਂ ਦੇ ਹੁੰਦੇ ਆ, ਲਾਈਨ ਸਪੈਕਟਰਮ ਤੇ ਕੰਟੀਨਿਊਅਸ। ਠੀਕ ਹੈ ਜੀ। ਇਹਦੇ ਵਿੱਚ ਵੀ ਪ੍ਰੋਬਲਮ ਕੀ ਆਈ? ਕਹਿੰਦਾ ਸਪੈਕਟਰਮ ਹੁੰਦਾ ਕੀ ਹੈ? ਸਪੈਕਟਰਮ ਹੁੰਦਾ ਗ੍ਰਾਫ ਸ਼ੋਇੰਗ ਦੀ ਰਿਲੇਸ਼ਨਸ਼ਿਪ ਫॉर एमिटेंस एंड एब्जॉर्प्शन ऑफ द रेडिएशन ऑफ पर्टिकुलर वेवलेंथ और फ्रीक्वेंसी। इस स्पैक्ट्रम की डेफिनेशन दसी है भी वट इज स्पैक्ट्रम। स्पैक्ट्रम की है? एक ग्राफ है ਜਿਹੜਾ ਕੀ ਸ਼ੋ ਕਰ ਰਿਹਾ ਅਲੱਗ-ਅਲੱਗ ਜਿਹੜੇ ਪਾਰਟੀਕਲਸ ਜਾਂ ਵੇਵਸ ਆਪਣੇ ਕੋਲ ਉਹਨਾਂ ਨੂੰ ਵੇਵ ਲੈਂਥ ਜਾਂ ਫ੍ਰੀਕੁਐਂਸੀ ਦੇ ਆਧਾਰ ਤੇ ਉਹਨਾਂ ਦੀ ਡਿਸਟ੍ਰੀਬਿਊਸ਼ਨ ਕੀਤੀ ਹੋਈ ਹੈ, ਉਹਨੂੰ ਆਪਾਂ ਕਿਹਾ। ਪ੍ਰੋਬਲਮ ਕੀ ਆਈ? ਧਿਆਨ ਨਾਲ ਸਮਝੋ ਪ੍ਰੋਬਲਮ ਕੀ ਆਈ। ਕਹਿੰਦਾ ਐਨ ਇਲੈਕਟ੍ਰੋਨ ਰਿਵੋਲਵ ਇਨ ਆਲ ਪੋਸੀਬਲ ਆਰਬਿਟਸ। ਠੀਕ ਹੈ ਜੀ। ਇੱਕ ਇਲੈਕਟ੍ਰੋਨ ਹੈ ਜਿਹੜਾ ਉਹ ਕੀ ਕਰਦਾ ਹੈ? ਨਿਊਕਲੀਅਸ ਦੇ ਦੁਆਲੇ ਹਰੇਕ ਪੋਸੀਬਲ ਆਰਬਿਟ ਦੇ ਵਿੱਚ ਕੀ ਕਰ ਸਕਦਾ ਹੈ? ਇਸ ਤਰ੍ਹਾਂ ਨਾਲ 3D ਦੇ ਅਕੋਰਡਿੰਗਲੀ ਆਪਾਂ ਵੇਖਿਆ ਨਾ, ਹਰੇਕ ਆਰਬਿਟ ਦੇ ਵਿੱਚ ਉਹ ਕੀ ਕਰ ਸਕਦਾ ਹੈ? ਮੂਵ ਕਰ ਸਕਦਾ ਹੈ। ਕੈਮਿਸਟਰੀ ਚ ਪੜਿਆ ਨਾ ਬੇਟੇ? ਕਲੀਅਰ ਹੋਇਆ ਕਿ ਨਹੀਂ ਹੋਇਆ? ਇਹਦਾ ਮਤਲਬ ਜੇਕਰ ਉਹ ਸਾਰੇ ਆਰਬਿਟਸ ਦੇ ਵਿੱਚ ਮੂਵ ਕਰ ਸਕਦਾ ਹੈ ਤਾਂ ਉਹਨੂੰ ਸਾਰੇ ਤਰ੍ਹਾਂ ਦੀਆਂ એનર્ਜੀਜ਼ ਕੀ ਕਰਨੀਆਂ ਚਾਹੀਦੀਆਂ? ਆਲ ਰੇਂਜ ਆਫ એનર્ਜੀਜ਼ ਕੀ ਕਰਨੀਆਂ ਚਾਹੀਦੀਆਂ? ਐਮਿਟ ਕਰਨੀਆਂ ਚਾਹੀਦੀਆਂ। ਇਹਦਾ ਮਤਲਬ ਹੁੰਦਾ ਸਪੈਕਟਰਮ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ? ਕੰਟੀਨਿਊਸ। ਦੱਸੋ ਬੇਟੇ ਆ ਪੁਆਇੰਟ ਕਲੀਅਰ ਹੋਇਆ ਕਿ ਨਹੀਂ ਹੋਇਆ? ਰਦਰਫੋਰਡ ਦੇ ਅਕੋਰਡਿੰਗਲੀ ਸਪੈਕਟਰਮ ਕੀ ਹੋਣਾ ਚਾਹੀਦਾ ਸੀ? ਕੰਟੀਨਿਊਸ ਹੋਣਾ ਚਾਹੀਦਾ ਸੀ। ਕਿਉਂ? ਕਿਉਂਕਿ ਇਲੈਕਟ੍ਰੋਨ ਕਿਵੇਂ ਰਿਵੋਲਵ ਕਰ ਰਹੇ ਅਰਾਊਂਡ ਦੀ ਨਿਊਕਲੀਅਸ? ਆਲ ਪੋਸੀਬਲ ਆਰਬਿਟਸ। ਆਰਬਿਟ ਕੀ ਹੁੰਦਾ? ਪਾਥ। ਇਹਦਾ ਮਤਲਬ ਸਾਰੇ ਤਰ੍ਹਾਂ ਦੀਆਂ એનર્ਜੀਜ਼ ਉਹਨਾਂ ਨੂੰ ਰਿਲੀਜ਼ ਕਰਨੀਆਂ ਚਾਹੀਦੀਆਂ। ਬਟ ਜਦੋਂ ਅਸੀਂ ਇਹਨੂੰ ਸਟੱਡੀ ਕੀਤਾ ਸਪੈਕਟਰਮ ਨੂੰ, ਤਾਂ ਉਹ ਸਪੈਕਟਰਮ ਆਪਣੇ ਕੋਲ ਆਇਆ ਕਿਸ ਤਰ੍ਹਾਂ ਦਾ? ਉਹ ਆਇਆ ਸਾਡੇ ਕੋਲੇ ਲਾਈਨ ਸਪੈਕਟਰਮ। ਕਿਸ ਤਰ੍ਹਾਂ ਦਾ ਆਇਆ ਆਪਣੇ ਕੋਲੇ? ਲਾਈਨ ਸਪੈਕਟਰਮ। ਰਦਰਫੋਰਡ ਇਸ ਚੀਜ਼ ਨੂੰ ਐਕਸਪਲੇਨ ਨਹੀਂ ਕਰ ਪਾਇਆ ਵੀ ਕੰਟੀਨਿਊਸ ਸਪੈਕਟਰਮ ਉਹਦੇ ਅਕੋਰਡਿੰਗਲੀ ਆਉਣਾ ਚਾਹੀਦਾ ਸੀ, ਪਰ ਆਇਆ ਕੀ? ਲਾਈਨ ਸਪੈਕਟਰਮ। ਵੀ ਇਹ ਕਿਉਂ ਹੋਇਆ? ਕਲੀਅਰ ਹੋਇਆ ਕਿ ਨਹੀਂ ਹੋਇਆ ਬੇਟੇ? ਇਹ ਆਪਣੇ ਕੋਲ ਕੀ ਸੀ? ਸਪੈਕਟਰਮ ਪ੍ਰੋਬਲਮ। ਠੀਕ ਹੈ ਜੀ। ਇੱਥੇ ਕੋਈ ਡਾਊਟ ਹੈ ਤਾਂ ਦੱਸੋ। सर वैसे मतलब कंटिन्यूस क्यों नहीं बनेगा सीगा इसका स्पेक्ट्रम? ਇਹ ਆਪਾਂ ਬੋਰ ਦੱਸੂਗਾ ਫਿਰ। ਇਹ ਬੋਰ ਮਾਡਲ ਕਰਦੇ ਆ ਨਾ ਅੱਗੇ ਜਾ ਕੇ, ਕਿ ਪਹਿਲਾਂ ਨਾਲ ਹੀ ਕਰਾ ਦਿਆਂ? सर ਇਹ अगे कर ਕੁਐਸਚਨ लांगे ਕਿੰਨੇ सर। ਪੁੱਟ ਕੀਤੇ ਸੀ? ਇਹ ਬੋਰ ਨਹੀਂ ਪੁੱਟ ਕੀਤੇ। ਚਲੋ ਕੋਈ ਗੱਲ ਨਹੀਂ, ਨਾਲ ਦੀ ਨਾਲ ਦੇਖ ਲੈਣਾ, ਜਿੱਥੇ ਹੈਗਾ ਤਾਂ ਤੁਹਾਨੂੰ ਨਾਲ ਦੀ ਨਾਲ ਕਰਾ ਦਿੰਦਾ। ਆ ਪਿਆ ਬੋਰ ਐਟੋਮਿਕ ਮਾਡਲ। ਜਿਹੜੇ ਇਹਨੂੰ ਪ੍ਰੋਬਲਮਸ ਆਈਆਂ ਉਹਨੂੰ ਐਕਸਪਲੇਨ ਕਿੰਨੇ ਕੀਤਾ? ਬੋਰ ਨੇ। ਤੇ ਉਹਨੂੰ ਆਪਦੇ ਬਣਾਤੇ ਪੋਸਟੂਲੇਟਸ, ਫਸਟ ਤੇ ਸੈਕਿੰਡ। ਪਹਿਲੀ ਪ੍ਰੋਬਲਮ ਕੀ ਆਈ ਸੀ ਬੇਟੇ ਰਦਰਫੋਰਡ ਨੂੰ? ਸਟੇਬਿਲਿਟੀ ਦੀ ਨਾ। ਸਟੇਬਿਲਿਟੀ ਪ੍ਰੋਬਲਮ ਦੇ ਵਿੱਚ ਕੀ ਪ੍ਰੋਬਲਮ ਆਈ ਸੀਗੀ? ਵੀ ਇਲੈਕਟ੍ਰੋਨ ਕੀ ਹੈ? ਐਕਸਲਰੇਟਿਡ ਹੈ।
ਐਕਸਲਰੇਟਿਡ ਹੈ ਤਾਂ ਉਹਨੂੰ ਰੇਡੀਏਸ਼ਨ ਕੀ ਕਰਨੀਆਂ ਚਾਹੀਦੀਆਂ, ਐਮਿਟ ਕਰਨੀਆਂ ਚਾਹੀਦੀਆਂ, ਤੇ ਅਲਟੀਮੇਟਲੀ ਕਿੱਥੇ ਫਾਲ ਕਰਨਾ ਚਾਹੀਦਾ ਉਹਨੂੰ, ਨਿਊਕਲੀਅਸ ਤੇ। ਪਰ ਇਹ ਕਰਦਾ ਨਹੀਂ, ਕਿਉਂ ਨਹੀਂ ਕਰਦਾ? ਤਾਂ ਰਦਰਫੋਰਡ ਕੀ ਕਹਿੰਦਾ, electron on of an atom can move only in some stationary orbits without radiating any energies. These orbits are called stationary energy orbits. ਕਲੀਅਰ ਹੋਇਆ ਕਿ ਨਹੀਂ ਹੋਇਆ? ਬੋਰ ਕਹਿੰਦਾ ਵੀ ਕੁਝ ਖਾਸ ਤਰ੍ਹਾਂ ਦੇ ਆਰਬਿਟ ਹੁੰਦੇ ਆ, ਠੀਕ ਹੈ ਜੀ, ਕੁਝ ਖਾਸ ਤਰ੍ਹਾਂ ਦੇ ਆਰਬਿਟ ਹੁੰਦੇ। ਆਰਬਿਟ ਦਾ ਮਤਲਬ ਹੈ ਰਾਸਤਾ ਜਾਂ ਪਾਥ, ਜਿਨ੍ਹਾਂ ਨੂੰ ਆਪਾਂ ਕੀ ਕਹਿੰਦੇ ਆ, ਸਟੇਸ਼ਨਰੀ ਆਰਬਿਟਸ। ਕੀ ਕਹਿੰਦੇ ਆ ਜਿਹਨੂੰ ਆਪਾਂ? ਸਟੇਸ਼ਨਰੀ ਆਰਬਿਟ। ਜਦੋਂ ਇਲੈਕਟ੍ਰੋਨ ਇਹਨਾਂ ਆਰਬਿਟ ਦੇ ਵਿੱਚ ਮੂਵ ਕਰਦਾ ਹੈ ਤਾਂ ਉਹ ਕੀ ਕਰਦਾ ਹੈ, ਰੇਡੀਏਸ਼ਨ ਅਮਿਟ ਨਹੀਂ ਕਰਦਾ, ਰੇਡੀਏਸ਼ਨ ਅਮਿਟ ਨਹੀਂ ਕਰਦਾ। ਕਲੀਅਰ ਹੋਇਆ ਕਿ ਨਹੀਂ ਹੋਇਆ? ਪਹਿਲਾ ਪੋਸਟੂਲੇਟ ਇਹ ਹੈ। ਦੂਸਰੇ ਪੋਸਟੂਲੇਟ ਦੇ ਵਿੱਚ ਉਹਨੇ ਇਹ ਦੱਸਿਆ ਵੀ ਇਹ ਸਟੇਸ਼ਨਰੀ ਆਰਬਿਟ ਕਿਹੜੇ ਹੈ। ਉਹ ਕਹਿੰਦਾ ਉਹ ਵਾਲੇ ਆਰਬਿਟ ਜਿਨ੍ਹਾਂ ਦੇ ਵਿੱਚ ਜਿਹੜਾ ਐਂਗੂਲਰ ਮੋਮੈਂਟਮ ਹੈ ਐਲ, ਉਹ ਕਹਿੰਦੇ ਬਰਾਬਰ ਹੋਵੇ ਐਨ ਐਚ ਕ੍ਰਾਸ, ਕਹਿੰਦੇ ਬਰਾਬਰ ਹੋਵੇ ਐਨ ਐਚ ਕ੍ਰਾਸ। ਐਚ ਕ੍ਰਾਸ ਨੂੰ ਆਪਾਂ ਕੀ ਕਹਿੰਦੇ ਬੇਟੇ? ਐਚ ਬਾਏ 2 ਪਾਈ। ਐਲ ਆਪਣੇ ਕੋਲ ਕੀ ਹੈ ਬੇਟੇ? ਐਂਗੂਲਰ ਮੋਮੈਂਟਮ। ਐਲ ਆਪਣੇ ਕੋਲ ਕੀ ਹੈ ਬੇਟੇ? ਐਂਗੂਲਰ ਮੋਮੈਂਟਮ। ਮੋਮੈਂਟਮ ਕੀ ਹੁੰਦਾ ਬੇਟੇ? ਮਾਸ ਇਨਟੂ ਵੈਲੋਸਿਟੀ। ਤੇ ਜਦੋਂ ਇੱਕ ਸਰਕਲ ਦੇ ਵਿੱਚ ਕੋਈ ਚੀਜ਼ ਮੂਵ ਕਰਦੀ ਹੈ ਤਾਂ ਉਹਦੇ ਮੂਵ ਕਰਨ ਕਰਕੇ ਮਾਸ ਵੀ ਹੁੰਦਾ ਪਾਰਟੀਕਲ ਦਾ, ਵੈਲੋਸਿਟੀ ਵੀ ਹੁੰਦੀ ਹੈ, ਬਟ ਉਹ ਇੱਕ ਰੇਡੀਅਸ ਦੇ ਵਿੱਚ ਮੂਵ ਕਰਦੀ ਹੈ ਤਾਂ ਐਲ ਆਪਣੇ ਕੋਲ ਕੀ ਬਣ ਜਾਂਦਾ? ਐਮ ਵੀ ਆਰ, ਮੈਗਨੀਟਿਊਡ ਦੇ ਵਿੱਚ। ਇਹ ਵੈਕਟਰ ਹੈ ਤੇ ਇਹਦੀ ਡਾਇਰੈਕਸ਼ਨ ਕੀ ਹੁੰਦੀ ਹੈ? ਕਲੌਕਵਾਈਜ਼ ਜਾਂ ਐਂਟੀ ਕਲੌਕਵਾਈਜ਼ ਕੀਤਾ ਨਾ, ਪਰਪੈਂਡੀਕੂਲਰ ਟੂ ਦੀ ਪਲੇਨ ਜਾਂ ਡਾਊਨਵਰਡ ਪਰਪੈਂਡੀਕੂਲਰ ਟੂ ਦੀ ਪਲੇਨ। ਕਲੀਅਰ ਹੋਇਆ ਕਿ ਨਹੀਂ ਹੋਇਆ ਬੇਟੇ? ਸਰ ਕਲੀਅਰ ਹੈ। ਹਾਂ, ਆ ਸੈਕੰਡ ਪੋਸਟੂਲੇਟ ਬੇਟੇ ਰੀਡ ਕਰੋ, ਮੈਂ 1 ਮਿੰਟ ਦੇ ਵਿੱਚ ਹੀ ਤੁਹਾਡੇ ਕੋਲ ਆਇਆ। ਚੱਲ 1 ਮਿੰਟ ਚ ਹੀ ਆ ਗਿਆ ਬੇਟੇ, ਭੱਜ ਕੇ ਚੱਲ। ਨਹੀਂ ਆਪਾਂ ਪੜਾ ਦੇਂਗੇ ਤੈਨੂੰ, ਛੁੱਛੂ ਆ ਜਾਂਦਾ ਯਾਰ। कैसे खड़ा है? हाँ जी बेटे, क्लियर होया कि नहीं होया? हाँ जी बेटे, क्लियर हो गया कि नहीं हो गया? स्टेबिलिटी प्रॉब्लम की सी भी इलैक्ट्रॉन की करनगे, एक्सलरेटेड चार्ज पार्टिकल होने करके रेडिएशन एमिट करनगे। रेडिएशन एमिट करते करते की है, उन्होंने एनर्जी घटती जाऊगी तो न्यूक्लियस ते फॉल करने चाहिए। बोर की कहंदा, वो कहंदा जी कुछ खास ऑर्बिट हुंदे है, जिवें आ ऑर्बिट शो कीते जिन्हां नूं असीं कहंदे स्टेशनरी ऑर्बिट। ਤੇ ਇਹਨਾਂ ਆਰਬਿਟ ਦੇ ਵਿੱਚ એનર્ਜੀ ਕੀ ਹੁੰਦੀ ਹੈ? ਜਿਹੜਾ ਪਾਰਟੀਕਲ, ਚਾਰਜਡ ਪਾਰਟੀਕਲ ਮੂਵ ਕਰਦਾ ਹੈ ਉਹ ਰੇਡੀਏਸ਼ਨ ਐਮਿਟ ਨਹੀਂ ਕਰਦਾ। ਉਹ ਕਹਿੰਦਾ ਫਿਰ ਸਟੇਸ਼ਨਰੀ ਆਰਬਿਟ ਕਿਹੜੇ ਹੁੰਦੇ ਆ? ਜਿਨ੍ਹਾਂ ਦੀ ਐਂਗੂਲਰ ਮੋਮੈਂਟਮ ਹੈ ਜਿਹੜੀ ਉਹ ਐਨ ਐਚ ਕ੍ਰਾਸ ਦੇ ਬਰਾਬਰ ਹੋਵੇ। ਇਹ ਕੰਡੀਸ਼ਨ ਆ ਗਈ, ਠੀਕ ਹੈ ਜੀ। ਇੱਥੋਂ ਹੀ ਉਹਨੇ ਐਲ ਦੀ ਵੈਲਿਊ ਪੁੱਟ ਕਰਤੀ, ਐਮ ਵੀ ਆਰ ਕਹਿੰਦੇ ਬਰਾਬਰ ਹੋ ਗਿਆ ਐਨ ਐਚ ਕ੍ਰਾਸ ਦੇ। ਇੱਥੋਂ ਦਾ ਰੇਡੀਅਸ ਕੱਢਤਾ ਉਹਨੇ।
NH/2 डिवाइड बाय MV। क्लियर होया कि नहीं होया बेटे? इतना क्लियर हो गया कि नहीं हो गया बेटे? यस MOV सर। ਨੂੰ ਉਹਨੇ ਪੁੱਟ ਕਰ ਲਿਆ P, ਫਿਰ ਵੇਵਲੈਂਥ ਕੱਢਣੀ ਹੈ ਤਾਂ ਡੀ ਬਰੋਗਲੀ ਵੇਵਲੈਂਥ ਦਾ ਫਾਰਮੂਲਾ ਲੈਮਡਾ ਇਜ਼ ਇਕੁਅਲ ਟੂ H/P। ਆ H/P ਬਣ ਗਿਆ ਨਾ ਬੇਟੇ। MOV ਨੂੰ ਆਪਾਂ P ਕਹਿਤਾ, ਇਹਦਾ ਮਤਲਬ ਇਹਨੂੰ ਕੀ ਪੁੱਟ ਕੀਤਾ ਜਾ ਸਕਦਾ? ਲੈਮਡਾ ਪੁੱਟ ਕੀਤਾ ਜਾ ਸਕਦਾ ਨਾ। ਇਹਦਾ ਮਤਲਬ R ਕਿੰਨੇ ਬਰਾਬਰ ਆ ਗਿਆ? N ਲੈਮਡਾ ਬਾਈ 2 ਪਾਈ। ਜੇ ਆਪਾਂ ਇਹਨੂੰ ਇਧਰਲੀ ਸਾਈਡ ਤੇ ਲੈ ਜਾਈਏ ਤਾਂ ਇਹਦਾ ਮਤਲਬ 2 ਪਾਈ R ਕਿੰਦੇ ਬਰਾਬਰ ਹੋ ਗਿਆ? N ਲੈਮਡਾ ਦੇ। ਇਹ ਪੁਆਇੰਟ ਦੱਸੋ ਬੇਟੇ, ਕਲੀਅਰ ਹੋਇਆ ਕਿ ਨਹੀਂ ਹੋਇਆ? ਠੀਕ ਹੈ। R ਰੇਡੀਅਸ ਹੈ, N ਪ੍ਰਿੰਸੀਪਲ ਕੁਆਂਟਮ ਨੰਬਰ ਵੀ ਪਹਿਲੇ ਆਰਬਿਟ ਚ, ਦੂਜੇ ਚ, ਤੀਜੇ ਚ, ਚੌਥੇ ਚ। ਠੀਕ ਹੈ ਜੀ। ਤੁਸੀਂ ਕੀਤਾ ਸੀ ਨਾ SPDF, S ਸ਼ੈਲ, P ਸ਼ੈਲ, D ਸ਼ੈਲ, ਇਸ ਤਰ੍ਹਾਂ ਦੇ ਸ਼ੈਲ ਕੀਤੇ ਸੀ ਨਾ। N ਆਪਣੇ ਕੋਲ ਕੀ ਹੈ? ਪ੍ਰਿੰਸੀਪਲ ਕੁਆਂਟਮ ਨੰਬਰ। M ਆਪਣੇ ਕੋਲ ਮਾਸ ਹੈ, V ਆਪਣੇ ਕੋਲ ਵੈਲੋਸਿਟੀ ਹੈ। ਕਲੀਅਰ ਹੋਇਆ ਕਿ ਨਹੀਂ ਹੋਇਆ ਬੇਟੇ ਕੰਡੀਸ਼ਨ? ਵੀ N ਲੈਮਡਾ ਕਹਿੰਦੇ ਬਰਾਬਰ ਆ ਗਿਆ 2 ਪਾਈ R। ਇਹ ਕੰਡੀਸ਼ਨ ਇੱਥੋਂ ਆਪਾਂ ਡਰਾਈਵ ਕਰ ਲਈ ਸਟੇਸ਼ਨਰੀ ਆਰਬਿਟ ਦੀ। ਠੀਕ ਹੈ ਜੀ। ਇਸੇ ਤੋਂ ਹੀ ਜਿਹੜੀ ਆ ਕੰਡੀਸ਼ਨ ਆਪਣੇ ਕੋਲ ਕੱਢੀ ਹੈ, ਇਹਦਾ ਮਤਲਬ ਸਾਰੇ ਆਰਬਿਟ ਹੈ ਜਿਹੜੀ ਆਪਾਂ ਇੱਥੋਂ ਇਕੁਏਸ਼ਨ ਕੱਢੀ ਵੀ L ਇਜ਼ ਇਕੁਅਲ ਟੂ NH ਕ੍ਰਾਸ NH/2 ਪਾਈ ਆਪਾਂ ਲਿਖੀਏ। ਇਹਦਾ ਮਤਲਬ ਕੀ ਹੈ? ਕੁਆਂਟਾਈਜੇਸ਼ਨ ਆਫ ਐਂਗੂਲਰ ਮੋਮੈਂਟਮ। ਕੁਆਂਟਾਈਜੇਸ਼ਨ ਆਫ ਐਂਗੂਲਰ ਮੋਮੈਂਟਮ ਮਤਲਬ N ਦੀ ਵੈਲਿਊ 1 ਪੁੱਟ ਕਰਾਂਗੇ ਤਾਂ H/2 ਪਾਈ ਦੇ ਬਰਾਬਰ ਆਊਗਾ। 2 ਪੁੱਟ ਕਰਾਂਗੇ ਤਾਂ 2H/2 ਪਾਈ ਦੇ ਬਰਾਬਰ ਆਊਗਾ। 3 ਪੁੱਟ ਕਰਾਂਗੇ ਤਾਂ 3H/3 ਪਾਈ। ਇਹਦਾ ਮਤਲਬ ਵਿੱਚ ਵਾਲੀਆਂ ਵੈਲਿਊਜ਼ ਪੋਸੀਬਲ ਨਹੀਂ ਹੈਗੀਆਂ। ਇਹਦਾ ਮਤਲਬ ਸਟੈਪ ਤੁਹਾਡੇ ਕੋਲ ਕਿੰਨੇ ਦਾ? H/2 ਪਾਈ ਦਾ। ਪਹਿਲੇ ਯੂਨਿਟ ਦੇ ਵਿੱਚ ਆਪਾਂ ਕੀਤਾ ਸੀ ਨਾ ਕੁਆਂਟਾਈਜੇਸ਼ਨ ਆਫ ਚਾਰਜ। ਇਸ ਤਰ੍ਹਾਂ ਨਾਲ ਆਪਾਂ ਇਸ ਤਰ੍ਹਾਂ ਨਾਲ ਆ ਚੀਜ਼ ਸ਼ੋ ਕੀਤੀ। ਕਲੀਅਰ ਹੋਇਆ ਕਿ ਨਹੀਂ ਹੋਇਆ ਬੇਟੇ? ਇਹਦਾ ਮਤਲਬ ਕੀ ਹੋਇਆ? ਬੋਰ ਨੇ ਜਿਹੜੀ ਕੰਡੀਸ਼ਨ ਲਾਈ ਉਹ ਆਪਣੇ ਕੋਲ ਕੀ ਕੰਡੀਸ਼ਨ ਬਣ ਗਈ? ਕੁਆਂਟਾਈਜੇਸ਼ਨ ਆਫ ਐਂਗੂਲਰ ਮੋਮੈਂਟਮ। ਕੁਆਂਟਾਈਜੇਸ਼ਨ ਆਫ ਐਂਗੂਲਰ ਮੋਮੈਂਟਮ। ਠੀਕ ਹੈ ਜੀ। ਇਸੇ ਤੋਂ ਹੀ ਜੇ ਵੇਵਲੈਂਥ ਆ ਚੀਜ਼ ਕੱਢੀ ਸੀ 2 ਪਾਈ R ਇਜ਼ ਇਕੁਅਲ ਟੂ N ਲੈਮਡਾ, ਤੇ ਇਹਦੀ ਥਾਂ ਤੇ ਤੁਸੀਂ ਫ੍ਰੀਕੁਐਂਸੀ ਵੀ ਪੁੱਟ ਕਰ ਸਕਦੇ ਹੋ। ਠੀਕ ਹੈ ਜੀ। ਆਪਾਂ ਕੀਤਾ ਸੀ ਨਾ V ਇਜ਼ ਇਕੁਅਲ ਟੂ ਨਿਊ ਇਨਟੂ ਲੈਮਡਾ, ਫ੍ਰੀਕੁਐਂਸੀ ਇਨਟੂ ਲੈਮਡਾ। ਤਾਂ ਫ੍ਰੀਕੁਐਂਸੀ V ਬਾਈ ਲੈਮਡਾ ਦੇ ਬਰਾਬਰ ਹੋ ਗਈ। ਠੀਕ ਹੈ। ਤੇ ਆਪਾਂ ਲੈਮਡਾ ਦੀ ਵੇਖੀਏ ਵੀ ਲੈਮਡਾ ਕਹਿੰਦੇ ਬਰਾਬਰ ਹੋ ਗਿਆ ਵੈਲੋਸਿਟੀ ਬਾਈ ਫ੍ਰੀਕੁਐਂਸੀ ਦੇ। ਉਹ ਇੱਥੇ ਵੈਲਿਊ ਪੁੱਟ ਕਰਕੇ ਫ੍ਰੀਕੁਐਂਸੀ ਦੀ ਫਾਰਮ 'ਚ ਵੀ ਕੈਲਕੂਲੇਟ ਕਰ ਸਕਦੇ ਹਾਂ। According to Bohr energy quantization, all possible values of energies are not possible. Only discrete values of the energy are possible. ਇਹ ਉਹਦਾ ਆਨਸਰ ਆ ਗਿਆ ਨਾ ਵੀ ਕੰਟੀਨਿਊਸ ਸਪੈਕਟਰਮ ਕਿਉਂ ਨਹੀਂ ਹੋ ਸਕਦਾ। ਕਲੀਅਰ ਹੋਇਆ ਕਿ ਨਹੀਂ ਹੋਇਆ ਬੇਟੇ? ਕੰਟੀਨਿਊਸ ਸਪੈਕਟਰਮ ਰਦਰਫੋਰਡ ਦੇ ਅਕੋਰਡਿੰਗਲੀ ਕੀ ਆਉਣਾ ਚਾਹੀਦਾ ਸੀ? ਕੰਟੀਨਿਊਸ। ਪਰ ਅਸਲ ਦੇ ਵਿੱਚ ਕੀ ਆਇਆ? ਲਾਈਨ ਸਪੈਕਟਰਮ। ਉਹ ਕਹਿੰਦੇ ਕੰਟੀਨਿਊਸ ਕਿਉਂ ਨਹੀਂ ਆਇਆ? ਕਿਉਂਕਿ ਸਾਰੀਆਂ ਵੈਲਿਊਜ਼ ਆ ਜਿਹੜੀਆਂ એનર્ਜੀ ਦੀਆਂ ਪੋਸੀਬਲ ਨਹੀਂ ਹੈਗੀਆਂ ਕੁਆਂਟਾਈਜੇਸ਼ਨ ਆਫ એનર્ਜੀ ਦੇ ਅਕੋਰਡਿੰਗਲੀ ਅਸੀਂ ਚੱਲੀਏ। ਓਨਲੀ ਡਿਸਕਰੀਟ ਵੈਲਿਊਜ਼ ਆ, ਜਿਵੇਂ ਆਪਾਂ L ਦੀ ਵੈਲਿਊ L ਇਜ਼ ਇਕੁਅਲ ਟੂ NH ਕ੍ਰਾਸ, ਤਾਂ N ਦੀਆਂ ਵੈਲਿਊਜ਼ ਪੁੱਟ ਕਰਾਂਗੇ ਤਾਂ ਐਂਗੂਲਰ ਮੋਮੈਂਟਮ ਦੀਆਂ ਸਾਰੀਆਂ ਵੈਲਿਊਜ਼ ਪੋਸੀਬਲ ਹੈ ਹੀ ਨਹੀਂ। ਓਨਲੀ ਡਿਸਕਰੀਟ ਵੈਲਿਊਜ਼ ਪੋਸੀਬਲ ਹੈ। ਇਹਦਾ ਮਤਲਬ ਜਿਹੜੀਆਂ ਵੈਲਿਊ ਪੋਸੀਬਲ ਹੈ ਉਹੀ ਆਰਬਿਟ ਆਪਣੇ ਕੋਲ ਕੀ ਹੋਣਗੇ? ਸਟੇਸ਼ਨਰੀ ਹੋਣਗੇ। ਦੂਸਰੇ ਆਰਬਿਟ ਸਟੇਸ਼ਨਰੀ ਹੋਣੇ ਹੀ ਨਹੀਂ। ਇਸ ਕਰਕੇ ਇਲੈਕਟ੍ਰੋਨ ਕਿੱਥੇ ਰਹਿਣਾ ਪਸੰਦ ਕਰਦਾ ਹੈ? ਕਲੀਅਰ ਹੋਇਆ ਕਿ ਨਹੀਂ ਹੋਇਆ ਬੇਟੇ? हाँ जी सर। ਠੀਕ ਹੈ। ਠੀਕ ਹੈ। ਇਹ ਕੰਡੀਸ਼ਨਸ ਆ ਜਿਹੜੀਆਂ ਦੋ ਜਿਹੜੀਆਂ ਇਹਦੀਆਂ ਪ੍ਰੋਬਲਮ ਸੀਗੀਆਂ ਰਦਰਫੋਰਡ ਦੀਆਂ, ਸਪੈਕਟਰਮ ਪ੍ਰੋਬਲਮ ਤੇ ਸਟੇਬਿਲਿਟੀ ਪ੍ਰੋਬਲਮ, ਇਹ ਬੋਰ ਨੇ ਕੀ ਕਰਤੀਆਂ? ਸੋਲਵ ਕਰਤੀਆਂ।
ਦੁਬਾਰਾ ਫਿਰ ਦੇਖੋ 1 ਮਿੰਟ ਦੇ ਵਿੱਚ ਸਟੇਬਿਲਿਟੀ ਪ੍ਰੋਬਲਮ ਕੀ ਆਈ ਸੀ। ਉਹ ਕਹਿੰਦਾ ਸੀਗਾ ਵੀ ਇਲੈਕਟ੍ਰੋਨ ਹੈ ਜਿਹੜਾ ਉਹ ਚਾਰਜਡ ਪਾਰਟੀਕਲ ਹੈ, ਜਦੋਂ ਸਰਕਲ ਦੇ ਵਿੱਚ ਮੂਵ ਕਰਦਾ ਤਾਂ ਉਹਦਾ ਮੋਸ਼ਨ ਕਿਸ ਤਰ੍ਹਾਂ ਦਾ ਹੋ ਜਾਂਦਾ ਹੈ, ਐਕਸਲਰੇਟਿਡ ਚਾਰਜਡ ਪਾਰਟੀਕਲ ਕੀ ਕਰਦਾ ਹੈ, ਕਰਦਾ ਹੈ। ਇਸ ਲਈ ਇਸ ਇਲੈਕਟ੍ਰੋਨ ਨੂੰ ਕੀ ਕਰ ਜਾਣਾ ਚਾਹੀਦਾ, ਨਿਊਕਲੀਅਸ ਦੇ ਉੱਪਰ ਫਾਲ, ਪਰ ਇਹ ਕਰਦਾ ਨਹੀਂ। ਉਹ ਕਹਿੰਦਾ ਕਿਉਂ ਨਹੀਂ ਕਰਦਾ, ਰਦਰਫੋਰਡ ਨੂੰ ਜਵਾਬ ਨਹੀਂ ਆਇਆ। ਬੋਰ ਨੇ ਪੋਸਟੂਲੇਟ ਪਹਿਲਾਂ ਦੱਸਤਾ, ਪਹਿਲੇ ਪੋਸਟੂਲੇਟ 'ਚ ਕੀ ਦੱਸਤਾ ਉਹਨੇ, ਸਟੇਸ਼ਨਰੀ ਆਰਬਿਟ। ਇਹਦਾ ਜਵਾਬ ਕੀ ਦਿੱਤਾ ਉਹਨੇ, ਉਹ ਕਹਿੰਦਾ ਵੀ ਕੁਝ ਆਰਬਿਟ ਹੈ ਜਿਹੜੇ ਉਹ ਸਟੇਸ਼ਨਰੀ ਹੁੰਦੇ ਹੈ, ਜਦੋਂ ਚਾਰਜਡ ਪਾਰਟੀਕਲ ਇਲੈਕਟ ਕਰਦਾ ਹੈ ਤਾਂ ਉਹ ਰੇਡੀਏਸ਼ਨ ਅਮਿਟ ਨਹੀਂ ਕਰਦਾ, ਠੀਕ ਹੈ, ਤਾਂ ਕਰਕੇ। ਦੂਸਰੀ ਕੀ ਸੀਗੀ ਸਪੈਕਟਰਮ ਪ੍ਰੋਬਲਮ ਦੇ ਵਿੱਚ, ਵੀ ਸਪੈਕਟਰਮ ਕਿਸ ਤਰ੍ਹਾਂ ਦਾ ਹੈ, ਲਾਈਨ ਸਪੈਕਟਰਮ, ਪਰ ਇਹਦੇ ਅਕੋਰਡਿੰਗਲੀ ਇਲੈਕਟ੍ਰੋਨ ਕਿੱਥੇ ਰਿਵੋਲਵ ਕਰ ਰਿਹਾ ਸੀਗਾ, ਆਲ ਪੋਸੀਬਲ ਆਰਬਿਟ ਦੇ ਵਿੱਚ। ਕਲੀਅਰ ਹੋਇਆ ਕਿ ਨਹੀਂ ਹੋਇਆ। ਇਸ ਲਈ ਸਪੈਕਟਰਮ ਕੀ ਆਉਣਾ ਚਾਹੀਦਾ ਸੀਗਾ, ਕੰਟੀਨਿਊਅਸ ਆਉਣਾ ਚਾਹੀਦਾ ਸੀ। ਬਟ ਰਦਰਫੋਰਡ ਨੇ ਬੋਰ ਨੇ ਕੀ ਕਿਹਾ ਵੀ ਸਟੇਸ਼ਨਰੀ ਆਰਬਿਟ 'ਚ ਹੀ ਘੁੰਮੂਗਾ, ਤਾਂ ਸਟੇਸ਼ਨਰੀ ਆਰਬਿਟ ਦੀ ਕੰਡੀਸ਼ਨ ਕੀ ਸੀ ਵੀ ਐਂਗੂਲਰ ਮੋਮੈਂਟਮ ਕੀ ਹੋਣਾ ਚਾਹੀਦਾ, NH/2 ਪਾਈ ਦੇ। ਇਹਦਾ ਮਤਲਬ ਜਿਹੜਾ ਇਲੈਕਟ੍ਰੋਨ ਹੈ ਉਹ ਆਲ ਪੋਸੀਬਲ ਆਰਬਿਟ ਦੇ ਵਿੱਚ ਨਹੀਂ ਘੁੰਮਦਾ। ਰਦਰਫੋਰਡ ਕਹਿੰਦਾ ਸੀ ਘੁੰਮਦਾ ਹੈ, ਬੋਰ ਕਹਿੰਦਾ ਨਹੀਂ ਘੁੰਮਦਾ। ਫਿਰ ਕਹਿੰਦਾ ਕਿੱਥੇ ਕਿੱਥੇ ਘੁੰਮਦਾ, ਉਹ ਓਨਲੀ ਸਟੇਸ਼ਨਰੀ ਆਰਬਿਟ 'ਚ ਘੁੰਮਦਾ। ਤੇ ਸਟੇਸ਼ਨਰੀ ਆਰਬਿਟ 'ਚ ਘੁੰਮਦਾ, ਇਹਦਾ ਮਤਲਬ ਆਲ ਪੋਸੀਬਲ ਵੈਲਿਊਜ਼ ਆਫ એનર્ਜੀ ਹੈ ਜਿਹੜੀਆਂ ਉਹ ਪੋਸੀਬਲ ਨਹੀਂ ਹੈਗੀਆਂ। ਕੁਝ ਖਾਸ ਵੈਲਿਊਜ਼ ਜਿਹੜੀਆਂ ਸਟੇਸ਼ਨਰੀ ਆਰਬਿਟ ਦੇ ਕੋਰਸਪੋਂਡਿੰਗ ਹੈ ਉਹੀ ਪੋਸੀਬਲ ਹੈਗੀਆਂ। ਇਸ ਲਈ ਸਪੈਕਟਰਮ ਕੀ ਆਇਆ ਬੇਟੇ, ਫਿਰ ਲਾਈਨ ਸਪੈਕਟਰਮ। ਦੋਵਾਂ ਦਾ ਜਵਾਬ ਦੇਤਾ ਨਾ ਇਹਨੇ, ਰਦਰਫੋਰਡ ਨੇ, ਬੋਰ ਨੇ। ਕਲੀਅਰ ਹੈ ਬੇਟੇ। ਹਾਂਜੀ ਸਰ, ਕਲੀਅਰ ਹੋ ਗਿਆ। ਹੁਣ ਜਿਹੜਾ ਰਦਰਫੋਰਡ ਨੇ ਕੰਮ ਕੀਤਾ, ਰਦਰਫੋਰਡ ਨੇ ਆਪਣੇ ਕੋਲ, ਆਪਾਂ ਕੱਲ ਵੀ ਡਿਸਕਸ ਕੀਤਾ ਸੀ, ਐਟਮ ਦਾ ਸਾਈਜ਼ ਦੱਸਤਾ ਸੀ ਉਹਨੇ। ਕਿੰਨਾ ਦੱਸਿਆ ਸੀ ਬੇਟੇ, 10⁻⁻15। ਤੇ ਨਿਊਕਲੀਅਸ ਦਾ ਸਾਈਜ਼ ਉਹਨੇ ਕੀ ਦੱਸਿਆ ਸੀ ਬੇਟੇ, 10⁻⁻10 ਮੀਟਰ। ਕਹਿੰਦਾ ਮਤਲਬ ਕੋਈ ਵੀ ਜਿਹੜਾ ਅਸੀਂ ਮਾਡਲ ਡਿਸਕਸ ਕਰਦੇ ਹਾਂ ਤਾਂ ਉਹ ਇਹ ਨਹੀਂ ਹੁੰਦਾ ਵੀ ਕੰਪਲੀਟਲੀ ਫੇਲ ਹੋ ਜਾਂਦਾ, ਉਹਦਾ ਕੁਛ ਨਾ ਕੁਛ ਤਾਂ ਰਿਜ਼ਲਟ ਨਿਕਲਦਾ ਹੀ ਹੈ। ਜਿਵੇਂ ਜੇ ਥਾਮਸਨ ਸੀ, ਤਾਂ ਜੇ ਥਾਮਸਨ ਨੇ ਇੱਕ ਸੋਚ ਤਾਂ ਦਿੱਤੀ ਸੀ ਵੀ ਐਟਮ ਇਸ ਤਰ੍ਹਾਂ ਦਾ ਹੈਗਾ ਜੀ, ਤਾਂ ਉਸ ਤੋਂ ਬਾਅਦ ਹੀ ਲੋਕਾਂ ਨੇ ਉਹਨੂੰ ਗਲਤੀਆਂ ਕੱਢੀਆਂ ਤੇ ਉਹਦੇ ਬਾਰੇ ਸੋਚਣਾ ਸ਼ੁਰੂ ਕੀਤਾ। ਰਦਰਫੋਰਡ ਨੇ ਐਕਸਪੈਰੀਮੈਂਟ ਕੀਤੇ, ਫਿਰ ਰਦਰਫੋਰਡ ਦੇ ਡਰਾਬੈਕਸ ਜਿਹੜੇ ਸੀਗੇ ਉਹਨੂੰ ਬੋਰ ਨੇ ਰਿਮੂਵ ਕੀਤਾ। ਉਸ ਤੋਂ ਬਾਅਦ ਨੈਕਸਟ ਮਾਡਲ ਆਪਣੇ ਕੋਲ ਸ਼ੈਲ ਮਾਡਲ ਆ ਗਏ ਨਾ, ਲਿਕੁਇਡ ਡ੍ਰੌਪ ਮਾਡਲ, ਇਸ ਤਰ੍ਹਾਂ ਦੇ ਮਾਡਲ ਆਏ ਹੈ। ਜਿਹੜਾ ਇਹਨੇ ਰਿਜ਼ਲਟ ਆਪਣੇ ਕੋਲ ਦਿੱਤਾ ਹੈ ਉਹਦੇ ਵਿੱਚ ਜਿਹੜਾ ਪਹਿਲਾ ਹੈਗਾ ਡਿਸਟੈਂਸ ਆਫ ਕਲੋਜ਼ੈਸਟ ਅਪਰੋਚ, ਵੀ ਇਹਨੇ ਸਾਈਜ਼ ਆਫ ਦੀ ਐਟਮ ਹੈ ਜਾਂ ਨਿਊਕਲੀਅਸ ਕਿਵੇਂ ਕੱਢਿਆ ਹੈ, ਡਿਸਟੈਂਸ ਆਫ ਕਲੋਜ਼ੈਸਟ ਅਪਰੋਚ। ਦੇਖੋ ਬੇਟੇ, ਆਪਾਂ ਕੀਤਾ ਇੱਕ ਅਲਫਾ ਪਾਰਟੀਕਲ ਐਮਿਟ ਕੀਤਾ ਸੀਗਾ ਜਿਹਦਾ ਸੋਰਸ ਸੀਗਾ ਬਿਸਮਥ, ਉਹਨੂੰ ਆਪਾਂ ਕਹਿੰਦੇ ਤੇ ਸਟ੍ਰਾਈਕ ਕੀਤਾ ਸੀ ਬੇਟੇ, ਗੋਲਡ ਫੋਇਲ ਤੇ। ਕਹਿੰਦੇ ਤੇ ਸਟ੍ਰਾਈਕ ਕੀਤਾ ਸੀਗਾ ਗੋਲਡ ਫੋਇਲ ਤੇ। ਜਦੋਂ ਉਹ ਨਿਊਕਲੀਅਸ ਨੂੰ ਹੈਡ ਆਨ ਆਇਆ, ਸਿੱਧਾ ਹੋ ਗਿਆ ਨਿਊਕਲੀਅਸ ਨੂੰ, ਉਹਨਾਂ ਦੇ ਪੋਜ਼ਿਟਿਵ ਚਾਰਜ ਸੀ, ਨਿਊਕਲੀਅਸ ਤੇ ਵੀ ਪੋਜ਼ਿਟਿਵ ਚਾਰਜ, ਤਾਂ ਕੋਈ ਪੁਆਇੰਟ ਤਾਂ ਇਸ ਤਰ੍ਹਾਂ ਦਾ ਆਊਗਾ, ਠੀਕ ਹੈ ਜੀ, ਜਿੱਥੇ ਰਿਪਲਸਿਵ ਫੋਰਸ ਹੈ ਜਿਹੜੀ, ਤੇ ਅਲਫਾ ਪਾਰਟੀਕਲ ਦੀ એનર્ਜੀ ਹੈ ਜਿਹੜੀ ਮੂਵ ਕਰਨ ਕਰਕੇ, ਕਾਈਨੈਟਿਕ એનર્ਜੀ ਹੈ ਜਿਹੜੀ, ਅਲਫਾ ਪਾਰਟੀਕਲ ਮੂਵ ਕਰ ਰਿਹਾ ਤੇ ਇਹਦੇ ਕੋਲ ਕਿਹੜੀ એનર્ਜੀ ਹੋਊਗੀ, ਕਾਈਨੈਟਿਕ એનર્ਜੀ। ਪੋਜ਼ਿਟਿਵ ਚਾਰਜ ਇੱਕ ਦੂਜੇ ਨੂੰ ਕੀ ਕਰਦੇ ਆ, ਰਿਪੈਲ ਕਰਦੇ ਆ। ਜਿਵੇਂ ਜਿਵੇਂ ਕਲੋਜ਼ ਆ ਰਿਹਾ ਤਾਂ ਰਿਪਲਸ਼ਨ ਕੀ ਹੁੰਦੀ ਜਾ ਰਹੀ ਹੈ, ਵੱਧਦੀ ਜਾ ਰਹੀ ਹੈ। ਕੂਲਮ ਦਾ ਲਾ ਕੀਤਾ ਸੀ ਨਾ ਬੇਟੇ, 1/4πε0 Q1 Q2/r²। ਇਹਦਾ ਮਤਲਬ ਜਿਹੜੀ ਰਿਪਲਸਿਵ ਫੋਰਸ ਹੈ ਇਨਵਰਸਲੀ ਪ੍ਰੋਪੋਰਸ਼ਨਲ ਟੂ ਆਰ ਦਾ ਸਕੁਅਰ ਹੈ, ਡਿਸਟੈਂਸ। ਜਿਵੇਂ ਜਿਵੇਂ ਆਰ ਘਟੂਗਾ ਤਾਂ ਫੋਰਸ ਕੀ ਹੋਊਗੀ, ਵਧੂਗੀ। ਇਸ ਪੁਆਇੰਟ ਤੇ ਆ ਕੇ ਪਾਰਟੀਕਲ ਦੀ ਕਾਈਨੈਟਿਕ એનર્ਜੀ ਕਿੰਦੇ ਬਰਾਬਰ ਹੋਗੀ, ਰਿਪਲਸਿਵ એનર્ਜੀ ਦੇ ਬਰਾਬਰ ਹੋ, ਤੇ ਉਸ ਤੋਂ ਬਾਅਦ ਪਾਰਟੀਕਲ ਕੀ ਹੋ ਗਿਆ, ਰਿਪੈਲ ਕਰ ਗਿਆ। ਇਹਦਾ ਮਤਲਬ ਜੇ ਅਸੀਂ ਇਸ ਪੁਆਇੰਟ ਤੇ ਡਿਸਕਸ਼ਨ ਕਰੀਏ ਤਾਂ ਇੱਥੇ ਸਾਡੇ ਕੋਲ ਕੀ ਕਨਕਲੂਜਨ ਨਿਕਲਿਆ, ਆਹ ਚੀਜ਼ ਨਿਕਲ ਗਈ ਵੀ ਕੂਲਮਜ਼ ਜਿਹੜੀ ਪੋਟੈਂਸ਼ੀਅਲ એનર્ਜੀ ਹੈ,
ਠੀਕ ਹੈ ਜੀ। ਕਾਈਨੈਟਿਕ એનર્ਜੀ ਆਫ ਦੀ ਅਲਫਾ ਪਾਰਟੀਕਲ ਉਹ ਕਹਿੰਦੇ ਬਰਾਬਰ ਹੋਣੀ ਚਾਹੀਦੀ ਹੈ ਪੋਟੈਂਸ਼ੀਅਲ એનર્ਜੀ ਆਫ ਦੀ ਅਲਫਾ ਪਾਰਟੀਕਲ ਡਿਊ ਟੂ ਕੂਲਮਜ਼ ਲਾ। ਠੀਕ ਹੈ। ਨਿਊਕਲੀਅਸ ਤੇ ਚਾਰਜ ਕਿੰਨਾ ਹੈ ZE, ਅਲਫਾ ਪਾਰਟੀਕਲ ਤੇ ਕਿੰਨਾ ਹੈਗਾ 2 ਪੋਜ਼ਿਟਿਵ। ਠੀਕ ਹੈ ਜੀ। ਇਹ ਦੋ, ਇੱਕ Q1 ਹੋ ਗਿਆ, ਇੱਕ Q2 ਹੋ ਗਿਆ, ਦੋਵਾਂ ਦੇ ਵਿਚਕਾਰ ਦਾ ਜਿਹੜਾ ਡਿਸਟੈਂਸ ਆਫ ਕਲੋਜ਼ੈਸਟ ਅਪਰੋਚ ਲਿਆ ਉਹਨੂੰ ਅਸੀਂ ਲੈ ਲਿਆ R0। ਇਹਨਾਂ ਦੋਵਾਂ ਨੂੰ ਅਸੀਂ ਬਰਾਬਰ ਕਰਤਾ। ਹਾਫ mu ਸਕੁਅਰ ਇਜ਼ ਇਕੁਅਲ ਟੂ Q1 Q2 ਬਾਏ R 1/4πε0। ਜਦੋਂ ਆਹ ਵੈਲਿਊ ਅਸੀਂ ਸੋਲਵ ਕੀਤੀ, Z E ਨੂੰ E ਨਾਲ ਗੁਣਾ ਕੀਤਾ E ਸਕੁਅਰ ਬਾਏ 4πε0 ਇਸ ਚੀਜ਼ ਦੇ ਬਰਾਬਰ ਆ ਗਿਆ। ਉੱਥੋਂ ਅਸੀਂ ਕਿੰਦੀ ਵੈਲਿਊ ਕੈਲਕੂਲੇਟ ਕਰ ਲਈ R0 ਦੀ। R0 ਸਾਡੇ ਕੋਲੇ ਕੀ ਹੈ ਡਿਸਟੈਂਸ ਆਫ ਕਲੋਜ਼ੈਸਟ ਅਪਰੋਚ। R0 ਸਾਡੇ ਕੋਲ ਕਹਿੰਦੇ ਬਰਾਬਰ ਹੈ ਬੇਟੇ ਡਿਸਟੈਂਸ ਆਫ ਕਲੋਜ਼ੈਸਟ ਅਪਰੋਚ। ਕਹਿਣ ਦਾ ਮਤਲਬ ਨਿਊਕਲੀਅਸ ਦੇ ਕਿੰਨਾ ਕੁ ਨੇੜੇ ਉਹ ਜਾ ਸਕਿਆ, ਉੱਥੋਂ ਅਸੀਂ R0 ਦੀ ਵੈਲਿਊ ਕੈਲਕੂਲੇਟ ਕਰ ਲਈ 2ZE ਸਕੁਅਰ ਬਾਏ 4πε0 ਬਾਏ ਹਾਫ mv ਸਕੁਅਰ। ਠੀਕ ਹੈ ਜੀ। ਜਦੋਂ ਅਸੀਂ ਆਹ ਵੈਲਿਊ ਪੁੱਟ ਕੀਤੀ ਤਾਂ ਡਿਸਟੈਂਸ ਆਫ ਕਲੋਜ਼ੈਸਟ ਅਪਰੋਚ ਕਹਿੰਦੇ ਬਰਾਬਰ ਆਇਆ 1/4πε0 ਚਾਰਜ ਔਨ ਦੀ ਨਿਊਕਲੀਅਸ, ਚਾਰਜ ਔਨ ਦੀ ਹੀਲੀਅਮ ਪਾਰਟੀਕਲ ਡਿਵਾਈਡ ਬਾਈ ਕਾਈਨੈਟਿਕ એનર્ਜੀ ਆਫ ਦੀ ਅਲਫਾ ਪਾਰਟੀਕਲ। ਇਹ ਤੋਂ ਸਾਨੂੰ ਰਿਜ਼ਲਟ ਕੀ ਨਿਕਲਿਆ, ਇਹ ਤੋਂ ਰਿਜ਼ਲਟ ਕੱਢਿਆ ਅਸੀਂ ਸਾਈਜ਼ ਆਫ ਨਿਊਕਲੀਅਸ। if we decrease the distance of closest approach to very small value, then it will give the estimated value of the nucleus. So distance of closest approach gives us the estimated size of the nucleus. ਇਹਦਾ ਮਤਲਬ distance of closest approach ਸਾਨੂੰ ਕਿੰਦੀ ਵੈਲਿਊ ਦੱਸਦਾ ਹੈ, ਉਹ ਸਾਨੂੰ ਵੈਲਿਊ ਦੱਸਦਾ ਹੈ ਨਿਊਕਲੀਅਸ ਦੇ ਸਾਈਜ਼ ਦੀ। ਹੁਣ ਅਸੀਂ ਜਿਹੜਾ ਇਹ ਸਾਰਾ ਐਕਸਪੈਰੀਮੈਂਟ ਕੀਤਾ ਇਹ ਕਿੰਦੇ ਵਾਸਤੇ ਕੀਤਾ ਸੀਗਾ, 골ਡ ਫੋਇਲ ਵਾਸਤੇ। 골ਡ ਦਾ Z ਕਿੰਨਾ ਹੁੰਦਾ ਆਪਣੇ ਕੋਲੇ 79। 골ਡ ਐਟਮ ਦਾ Z ਆਪਣੇ ਕੋਲ ਕਿੰਨਾ 79। ਤੇ ਕਾਈਨੈਟਿਕ એનર્ਜੀ ਆਫ ਦੀ ਅਲਫਾ ਪਾਰਟੀਕਲ ਜਿਹੜੀ ਅਸੀਂ ਕੈਲਕੂਲੇਟ ਕੀਤੀ ਉਹ 5.5 ਮੈਗਾ ਇਲੈਕਟ੍ਰੋਨ ਵੋਲਟ। ਜਦੋਂ ਅਸੀਂ ਇਹ ਸਾਰੀਆਂ ਵੈਲਿਊ ਇੱਥੇ 79 ਪੁੱਟ ਕਰਤਾ, ਇੱਥੇ ਚਾਰਜ ਆਫ ਇਲੈਕਟ੍ਰੋਨ 1.6 × 10⁻⁻19, ਇੱਥੇ 5.5 ਮੈਗਾ ਇਲੈਕਟ੍ਰੋਨ ਵੋਲਟ। ਠੀਕ ਹੈ ਜੀ। ਉਹਦੀ ਵੈਲਿਊ ਅਸੀਂ ਪੁੱਟ ਕਰਤੀ ਤੇ ਕੈਲਕੂਲੇਸ਼ਨ ਕਰਨ ਤੋਂ ਬਾਅਦ R0 ਦੀ ਵੈਲਿਊ ਕਿੰਨੀ ਆਈ 10⁻⁻15 ਮੀਟਰ। ਕਲੀਅਰ ਹੋਇਆ ਕਿ ਨਹੀਂ ਹੋਇਆ, ਪਤਾ ਲੱਗ ਗਿਆ ਬੇਟੇ ਵਿਚ ਇਜ਼ ਦੀ ਸਾਈਜ਼ ਆਫ ਨਿਊਕਲੀਅਸ। ਜਿਹੜਾ ਨਿਊਕਲੀਅਸ ਦਾ ਸਾਈਜ਼ ਹੈ ਉਹ ਹੈਗਾ 10⁻⁻15 ਮੀਟਰ। ਜਿਹੜਾ ਐਟਮ ਦਾ ਸਾਈਜ਼ ਹੈ ਉਹ ਆਪਣੇ ਕੋਲ ਕੀ ਹੈ 10⁻⁻10 ਮੀਟਰ। ਠੀਕ ਹੈ ਜੀ। ਮਾਈਨਸ ਵਾਲੀ ਛੋਟੀ ਰਕਮ, ਠੀਕ ਹੈ ਜੀ, ਆ ਆਪਣੇ ਕੋਲ ਆ ਗਿਆ। ਇਹ ਜ਼ਿਆਦਾ ਛੋਟੀ ਹੈ 1/10⁻15 ਹੈ ਤੇ 1/10 ਇਹਨਾਂ ਚੋਂ ਵੱਡੀ ਆ ਹੈ ਨਾ ਬੇਟੇ, ਇਹ ਲਾਰਜ ਹੈ। ਆ ਆਪਣੇ ਕੋਲ ਕੀ ਹੈ ਸਮਾਲ ਹੈ। ਇਹਦਾ ਮਤਲਬ ਆ ਆਪਣੇ ਕੋਲ ਕੀ ਹੋ ਗਿਆ ਸਾਈਜ਼ ਆਫ ਐਟਮ ਹੋ ਗਿਆ, ਤੇ ਇਹ ਤੋਂ ਆਪਾਂ ਨੂੰ ਕੀ ਪਤਾ ਲੱਗਿਆ ਸਾਈਜ਼ ਆਫ ਨਿਊਕਲੀਅਸ। ਦੱਸੋ ਬੇਟੇ ਪੁਆਇੰਟ ਕਲੀਅਰ ਹੋਇਆ ਕਿ ਨਹੀਂ ਹੋਇਆ ਡਿਸਟੈਂਸ ਆਫ ਕਲੋਜ਼ੈਸਟ ਅਪਰੋਚ ਵਾਲਾ। ਹਾਂਜੀ ਸਰ। ਠੀਕ ਹੈ। ਲਓ ਬੇਟੇ ਇੰਪੈਕਟ ਪੈਰਾਮੀਟਰ, ਇਹਨੂੰ ਆਪਾਂ ਡਿਨੋਟ ਕਰਦੇ ਹਾਂ B ਨਾਲ। ਇੰਪੈਕਟ ਪੈਰਾਮੀਟਰ ਨੂੰ ਆਪਾਂ ਕਿਹਦੇ ਨਾਲ ਡਿਨੋਟ ਕਰਦੇ ਹਾਂ B ਨਾਲ। B ਕੀ ਹੈ, ਆ ਆਪਣੇ ਕੋਲ ਕੀ ਹੈ, ਜੇਕਰ ਨਿਊਕਲੀਅਸ ਦੇ ਸੈਂਟਰ ਦੇ ਵਿੱਚੋਂ ਲੰਘਦੀ ਹੋਈ ਅਸੀਂ ਇੱਕ ਲਾਈਨ ਬਣਾ ਲਈਏ, ਨਿਊਕਲੀਅਸ ਦੇ ਸੈਂਟਰ ਦੇ ਵਿੱਚੋਂ ਲੰਘਦੀ ਹੋਈ ਕੀ ਬਣਾ ਲਈਏ, ਇੱਕ ਲਾਈਨ ਬਣਾ ਲਈਏ। ਠੀਕ ਹੈ ਜੀ। ਦੈਨ ਇਸ ਲਾਈਨ ਤੋਂ ਜਿਹੜਾ ਪਰਪੈਂਡੀਕੂਲਰ ਡਿਸਟੈਂਸ ਹੈ ਕਿਸੇ ਵੀ ਹੋਰ ਪਾਥ ਦਾ ਜਿੱਥੇ ਅਲਫਾ ਪਾਰਟੀਕਲ ਮੰਨ ਲਓ ਮੂਵ ਕਰਿਆ ਜਾ ਸਕਦਾ, ਤਾਂ ਉਹਨੂੰ ਅਸੀਂ ਕੀ ਕਹਿੰਦੇ B ਨੂੰ ਇੰਪੈਕਟ ਪੈਰਾਮੀਟਰ। ਕੀ ਕਹਿੰਦੇ ਆ ਇੰਪੈਕਟ ਪੈਰਾਮੀਟਰ। ਇਹਦਾ ਮਤਲਬ ਨਿਊਕਲੀਅਸ ਦੀ ਐਕਸਿਸ ਤੋਂ ਪਰਪੈਂਡੀਕੂਲਰ ਡਿਸਟੈਂਸ ਹੈ ਜਿਹੜਾ ਕਹਿੰਦਾ ਕਿਸੇ ਵੀ ਪਾਥ ਦਾ ਜਿੱਥੇ ਅਲਫਾ ਪਾਰਟੀਕਲ ਅਸੀਂ ਸਟ੍ਰਾਈਕ ਕੀਤਾ ਉਹਨੂੰ ਅਸੀਂ ਕਹਿੰਦੇ ਆ ਇੰਪੈਕਟ ਪੈਰਾਮੀਟਰ। ਇਟ ਇਜ਼ ਨੋਟਡ ਬਾਈ B। ਦੇਖੋ ਕੀ ਕਹਿੰਦਾ ਫਿਰ,
It is the perpendicular distance between the center of the nucleus and the path of the alpha particle. Center of the nucleus ਦੀ ਥਾਂ ਤੇ ਕੀ ਲਿਖ ਸਕਦੇ ਹਾਂ? Line passing through the center of the nucleus. Line passing through center of nucleus ਤੇ ਦੂਸਰਾ ਕੀ ਹੈ? Path of nucleus. ਇਹਨਾਂ ਦੋਵਾਂ ਦੇ ਵਿਚਕਾਰ ਦਾ ਕਿਹੜਾ ਡਿਸਟੈਂਸ, ਜਿਹੜਾ ਪਰਪੈਂਡੀਕੂਲਰ ਡਿਸਟੈਂਸ ਆ, ਉਹਨੂੰ ਅਸੀਂ ਕੀ ਕਹਿੰਦੇ ਆ? ਇੰਪੈਕਟ ਪੈਰਾਮੀਟਰ। ਉਹਨੂੰ ਆਪਾਂ ਕੀ ਕਹਿੰਦੇ ਬੇਟੇ? ਇੰਪੈਕਟ ਪੈਰਾਮੀਟਰ। ਇਹਦਾ ਸਿੱਧਾ ਬੀ ਦਾ ਰਿਲੇਸ਼ਨ ਅਸੀਂ ਯਾਦ ਰੱਖ ਲੈਣਾ, 1/4πε0 ZE²। ਆਹ ਵਾਲਾ ਤਾਂ ਪਹਿਲਾਂ ਵੀ ਆਇਆ ਸੀ ਨਾ ਬੇਟੇ, ਜਦੋਂ ਅਸੀਂ R0 ਦੀ ਵੈਲਿਊ ਕੱਢੀ ਸੀ ਤਾਂ ਕੀ ਆਈ ਸੀਗੀ? ਇੱਥੇ ਕੀ ਆਇਆ ਸੀਗਾ? 2ZE/4πε0 ਇੰਟੂ mu²। ਆਹ ਵੈਲਿਊ ਤਾਂ ਆਪਣੀ ਆਈ ਸੀ R0 ਦੀ। ਹੁਣ ਅਸੀਂ ਦੇਖੀਏ ZE² 1/4πε0, ਆਹ ਟਰਮ ਤਾਂ ਉਹਦੇ ਚੋਂ ਹੀ ਆ ਗਈਆਂ, ਕੱਲਾ 2 ਨਹੀਂ ਹੈਗਾ। 2 ਦੀ ਥਾਂ ਤੇ ਇੱਥੇ ਕੀ ਆ ਗਿਆ? cot θ/2। ਯਾਦ ਰੱਖ ਲਓਗੇ ਕਿ ਨਹੀਂ ਬੇਟੇ? ਹਾਂਜੀ ਹਾਂਜੀ, ਇਹਦਾ ਮਤਲਬ ਜੇਕਰ ਅਸੀਂ ਦੋਵਾਂ ਚ ਰਿਲੇਸ਼ਨ ਕੈਲਕੂਲੇਟ ਕਰਨਾ ਹੋਵੇ ਤਾਂ ਅਸੀਂ ਆਹੀ ਗੱਲ ਕੀਤੀ ਹੈ, ਆਰ ਦੀ ਵੈਲਿਊ ਆਪਣੇ ਕੋਲ ਆ ਸੀ ਨਾ। ਇਹਦਾ ਮਤਲਬ ਇਹਦੇ ਵਿੱਚ 2 ਹੈ ਨਹੀਂ ਤਾਂ ਇਧਰਲੇ ਪਾਸੇ ਅਸੀਂ 2 ਲੈ ਆਈਏ, R/2 ਕਰ ਲਈਏ ਤੇ ਦੋਵੇਂ ਪਾਸੇ ਕਿਹਦੇ ਨਾਲ ਮਲਟੀਪਲਾਈ ਕਰ ਦਈਏ? cot ਨਾਲ। ਇੱਥੇ ਵੀ ਕਰ ਦਈਏ cot θ/2, ਇੱਧਰ ਵੀ cot θ/2। ਤਾਂ ਜਿਹੜੀ ਆਹ ਵਾਲੀ ਟਰਮ ਬਣ ਗਈ ਇੱਧਰਲੀ cot θ/2, ਆਹ b ਬਣ ਗਈ ਨਾ ਬੇਟੇ। b ਕਿਹਦੇ ਬਰਾਬਰ ਹੈ? R/2 ਇੰਟੂ cot θ/2। ਆ ਇੰਪੈਕਟ ਪੈਰਾਮੀਟਰ ਤੇ R ਦੇ ਵਿਚਕਾਰ ਰਿਲੇਸ਼ਨ ਬਣ ਗਈ। ਕਲੀਅਰ ਹੈ ਬੇਟੇ? ਹਾਂਜੀ ਠੀਕ ਹੈ, ਹਲੋ। ਉਸ ਤੋਂ ਬਾਅਦ ਇਹਨੂੰ ਬਸ ਸਿੰਪਲੀ ਕੀ ਹੈ, 2 ਨੂੰ ਇਧਰਲੀ ਸਾਈਡ ਤੇ ਲਿਆ ਕੇ ਮਲਟੀਪਲਾਈ ਕਰਤਾ, 2b ਹੋ ਗਿਆ। cot θ/cot ਦਾ ਇਨਵਰਸ ਕਰਤਾ ਤਾਂ tan ਬਣ ਗਿਆ। tan θ/2 ਕਿਹਦੇ ਬਰਾਬਰ ਹੋ ਗਿਆ? R0/2, ਵੀ ਉਲਟਾ ਤਾ। ਠੀਕ ਹੈ, ਇਹ ਆਪਣੇ ਕੋਲ ਰਿਲੇਸ਼ਨ ਆ ਗਿਆ। ਸਪੈਸ਼ਲ ਕੇਸ ਦੇ ਵਿੱਚ ਅਸੀਂ ਇਹ ਚੀਜ਼ ਦੱਸ ਸਕਦੇ ਹਾਂ ਵੀ ਪਾਰਟੀਕਲ ਆਪ ਦਾ ਰੀਟਰੇਸ ਜਿਹੜਾ ਪਾਥ ਕੀਤਾ ਸੀ 180 ਡਿਗਰੀ ਤੇ ਇਸ ਤਰ੍ਹਾਂ ਨਾਲ ਹੈਡ ਔਨ, ਠੀਕ ਹੈ ਜੀ, ਉਹਦੀ ਵੈਲਿਊ ਕੱਢੀ ਹੋਈ ਹੈ, ਇੱਥੇ ਵੈਲਿਊ ਪੁੱਟ ਕਰਤੀ। ਠੀਕ ਹੈ, ਜਦੋਂ ਹੈਡ ਔਨ ਆ ਗਿਆ ਤੇ ਇਹਦਾ ਮਤਲਬ ਜਦੋਂ ਹੈਡ ਔਨ ਆਊਗਾ ਤਾਂ ਬੇਟੇ ਬੀ ਦੀ ਵੈਲਿਊ ਕਿੰਨੀ ਹੋਗੀ? 0 ਹੋਗੀ ਨਾ। ਆ ਨਿਊਕਲੀਅਰ ਐਕਸਿਸ ਹੈ, ਪਹਿਲਾਂ ਇੱਥੇ ਮੂਵ ਕਰੀ ਜਾਂਦਾ ਸੀ ਤਾਂ ਦੋਵਾਂ ਚ ਡਿਸਟੈਂਸ b ਸੀਗਾ, ਤੇ ਜੇ ਨਿਊਕਲੀਅਸ ਦੇ ਸਟੇਟ ਹੀ ਆ ਰਿਹਾ, ਜੇ ਪਾਰਟੀਕਲ ਇੱਧਰ ਹੀ ਆ ਰਿਹਾ ਅਲਫਾ ਪਾਰਟੀਕਲ, ਤਾਂ b ਦੀ ਵੈਲਿਊ ਕੀ ਹੋਗੀ? 0 ਹੋ ਜੂਗੀ ਨਾ ਬੇਟੇ। ਇੱਥੇ b ਦੀ ਵੈਲਿਊ 0 ਪੁੱਟ ਕਰੀਏ ਤਾਂ 1/0 ਕੀ ਹੋ ਗਿਆ? ਇਨਫਿਨਿਟੀ ਹੋ ਗਿਆ। tan θ/2 ਕਿਹਦੇ ਬਰਾਬਰ ਹੋ ਗਿਆ? ਇਨਫਿਨਿਟੀ। ਤੇ tan 90 ਦੀ ਵੈਲਿਊ ਹੁੰਦੀ ਹੈ ਇਨਫਿਨਿਟੀ, ਇਹਨੂੰ ਇੱਧਰ ਜਾ ਕੇ ਮਲਟੀਪਲਾਈ ਕੀਤਾ ਤਾਂ θ ਕਿਹਦੇ ਬਰਾਬਰ ਆ ਗਿਆ? 180 ਡਿਗਰੀ। ਇਹਦਾ ਮਤਲਬ ਜਦੋਂ ਹੈਡ ਔਨ ਕੋਲੀਜਨ ਹੁੰਦੀ ਹੈ ਨਿਊਕਲੀਅਸ ਦੇ ਨਾਲ, ਅਲਫਾ ਪਾਰਟੀਕਲ ਇੱਧਰ ਹੀ ਆ ਜਾਂਦਾ, ਤਾਂ ਕਿੰਨੇ ਡਿਗਰੀ ਤੇ ਆਪਦਾ ਪਾਥ ਰੀਟਰੇਸ ਕਰਦਾ? 180 ਡਿਗਰੀ ਤੇ। ਕਲੀਅਰ ਹੋਇਆ ਕਿ ਨਹੀਂ ਹੋਇਆ ਬੇਟੇ? ਹਾਂਜੀ ਹਾਂਜੀ ਸਰ। ਚਲੋ ਠੀਕ ਹੈ ਬੇਟੇ, ਅੱਜ ਆਪਾਂ ਇੰਨਾ ਕਰ ਲੈਨੇ, ਫਿਰ ਜ਼ਿਆਦਾ ਹੋ ਜਾਊਗਾ। ਠੀਕ ਹੈ ਬੇਟੇ, ਠੀਕ ਹੈ ਓਕੇ ਇਹਨੂੰ ਸਰ। ਰਿਵਾਈਜ਼ ਕਰ ਲਿਓ। ਜੇ ਥਾਮਸਨ, ਰਦਰਫੋਰਡ, ਇੰਪੈਕਟ ਪੈਰਾਮੀਟਰ, ਡਿਸਟੈਂਸ ਆਫ ਕਲੋਜ਼ੈਸਟ ਅਪਰੋਚ, ਠੀਕ ਹੈ ਜੀ, ਤੇ ਬੋਰਜ਼ ਪੋਸਟੂਲੇਟਸ। ਠੀਕ ਹੈ, ਓਕੇ ਸਰ। ਓਕੇ। ਠੀਕ ਹੈ ਬੇਟੇ।